ਇੱਕ ਅਜਿਹੀ ਔਰਤਾਂ ਦੀ ਬਿਮਾਰੀ ਜਿਸ ਦੇ ਨਾਲ ਲੱਖਾਂ ਔਰਤਾਂ ਆਪਣੀਆਂ ਜਾਨਾਂ ਤੱਕ ਗਵਾ ਦਿੰਦੀਆਂ। ਮਹਿਲਾਵਾਂ ਦੇ ਵਿੱਚ ਹੋਣ ਵਾਲਾ ਦੂਜਾ ਸਭ ਤੋਂ ਵੱਡਾ ਕੈਂਸਰ, ਜਿਹਨੂੰ ਆਪਾਂ ਸਰਵਾਈਕਲ ਕੈਂਸਰ ਅਤੇ ਜਾਂ ਫਿਰ ਔਰਤਾਂ ਦੇ ਜਿਹੜੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਕਹਿ ਦਿੰਦੇ ਹਾਂ। ਇਹ ਕੈਂਸਰ ਦੇ ਨਾਲ ਜਿਹੜੀਆਂ ਲੱਖਾਂ ਔਰਤਾਂ ਜਾਨਾਂ ਤੱਕ ਗਵਾ ਦਿੰਦੀਆਂ। ਕਿ ਅਜੋਕੇ ਸਮੇਂ ਦੇ ਵਿੱਚ ਵਿਗਿਆਨਕ ਯੁੱਗ ਦੇ ਵਿੱਚ ਵੀ ਔਰਤਾਂ ਨੂੰ ਇਸ ਸੰਬੰਧੀ ਜਿਹੜੀ ਜਾਣਕਾਰੀ ਨਹੀਂ ਹੈ ਅਤੇ ਜਾਂ ਫਿਰ ਕਿਤੇ ਭਰੋਸੇ ਦੀ ਕਮੀ ਹੈ। ਇਹਦੇ ਬਾਰੇ ਆਪਾਂ ਅੱਜ ਜਾਣਾਂਗੇ, ਖੁੱਲ੍ਹ ਕੇ ਗੱਲਬਾਤ ਕਰਾਂਗੇ। ਅਸੀਂ ਬੈਠੇ ਹਾਂ ਬਠਿੰਡਾ ਦੇ ਜਿਹੜਾ ਸ਼ਿਵਾਨੀ ਮਰਟੀਨਿਟੀ ਅਤੇ ਫਰਟੀਲਿਟੀ ਕਲੀਨਿਕ। ਮੇਰੇ ਨਾਲ ਨੇ ਮੈਡਮ ਜਿਹੜੇ ਡਾਕਟਰ ਸ਼ਿਵਾਨੀ ਗੋਇਲ, ਜੋ ਕਿ ਔਰਤਾਂ ਦੇ ਰੋਗਾਂ ਦੇ ਮਾਹਰ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਿਹੜੀ ਇਸ ਬਿਮਾਰੀ ਇੱਕ ਜਿਹੜਾ HPV ਦਾ ਨਾਂ ਦਾ ਵਾਇਰਸ ਹੈ ਉਹਦੇ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਮੈਡਮ ਤੁਹਾਡਾ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸ਼ਿਵਾਨੀ ਗੋਇਲ, ਸ਼ਿਵਾਨੀ ਮੈਟਰਨਿਟੀ ਐਂਡ ਫਰਟੀਲਿਟੀ ਕਲੀਨਿਕ ਤੋਂ ਗਾਇਨੋਕੋਲੋਜਿਸਟ ਬਾਈ ਪ੍ਰੋਫੈਸ਼ਨ ਹਾਂ। ਮੈਮ ਅੱਜ ਜਿਹੜਾ ਇੱਥੇ ਜਿਹੜਾ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ, ਇਹਦਾ ਕੀ ਮੰਤਵ ਆ, ਕੀ ਉਦੇਸ਼ ਹੈ? ਜਿਸ ਤਰ੍ਹਾਂ ਕਿ ਤੁਸੀਂ ਵੀ ਦੱਸਿਆ ਕਿ ਇਹ ਕੈਂਪ, ਇਹ ਜਿਹੜਾ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਹੈ, ਇਹ ਅਸੀਂ ਆਮ ਜਨਤਾ ਨੂੰ ਸਰਵਾਈਕਲ ਕੈਂਸਰ ਨਾਮ ਦੀ ਜੋ ਬਿਮਾਰੀ ਔਰਤਾਂ ਦੇ ਵਿੱਚ ਪਾਈ ਜਾਂਦੀ ਹੈ ਉਸ ਦੇ ਬਾਰੇ ਜਾਗਰੂਕ ਕਰਨ ਲਈ ਲਗਾਇਆ ਗਿਆ ਹੈ। ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਸਰਵਾਈਕਲ ਕੈਂਸਰ ਕੀ ਹੁੰਦਾ ਹੈ। ਸਰਵਾਈਕਲ ਕੈਂਸਰ ਇੱਕ ਤਰ੍ਹਾਂ ਦਾ ਬੱਚੇਦਾਨੀ ਦਾ ਕੈਂਸਰ ਹੈ। ਬੱਚੇਦਾਨੀ ਦਾ ਜਿਹੜਾ ਮੂੰਹ ਹੁੰਦਾ ਹੈ ਉਸਨੂੰ ਅਸੀਂ ਸਰਵਿਕਸ ਕਹਿੰਦੇ ਹਾਂ, ਅਤੇ ਉਸ ਜਗ੍ਹਾ ਦੀ ਬਿਮਾਰੀ, ਉਸ ਜਗ੍ਹਾ ਦੀ ਇਨਫੈਕਸ਼ਨ ਜਾਂ ਕੈਂਸਰ ਨੂੰ ਸਰਵਾਈਕਲ ਕੈਂਸਰ ਕਿਹਾ ਜਾਂਦਾ ਹੈ। ਇਹ ਬਿਮਾਰੀ ਆਪਣੇ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਭਰ ਵਿੱਚ ਇੱਕ ਭਿਆਨਕ ਰੂਪ ਲੈ ਚੁੱਕੀ ਹੈ। ਪੂਰੇ ਵਿਸ਼ਵ ਵਿੱਚ ਔਰਤਾਂ ਵਿੱਚ ਪਾਏ ਜਾਣ ਵਾਲੇ ਦੋ ਤਰ੍ਹਾਂ ਦੇ ਮੋਸਟ ਕਾਮਨ ਕੈਂਸਰ ਹਨ। ਸਭ ਤੋਂ ਪਹਿਲਾਂ ਛਾਤੀ ਦਾ ਕੈਂਸਰ ਅਤੇ ਦੂਜਾ ਕਾਮਨ ਕੈਂਸਰ ਹੈ ਸਰਵਾਈਕਲ ਕੈਂਸਰ। ਅਤੇ ਇੰਡੀਆ ਦੇ ਵਿੱਚ, ਆਪਣੇ ਭਾਰਤ ਦੇ ਵਿੱਚ ਤਾਂ ਹੋਰ ਵੀ ਸਥਿਤੀ ਖਰਾਬ ਹੈ। ਮਹਿਲਾਵਾਂ ਦੇ ਵਿੱਚ ਜਿਹੜੇ ਕੈਂਸਰ ਅਸੀਂ ਦੇਖਦੇ ਹਾਂ ਉਸ ਦੇ ਵਿੱਚੋਂ 80% ਕੈਂਸਰ ਸਰਵਾਈਕਲ ਕੈਂਸਰ ਹੈ। ਇਸ ਕੈਂਸਰ ਨੂੰ ਦੀ ਰੋਕਥਾਮ ਕਰਕੇ ਅਸੀਂ ਇਹ ਜਾਗਰੂਕਤਾ ਕੈਂਪ ਲਗਾਇਆ ਹੈ। ਜੀ ਮੈਮ, ਜਾਣਿਆ ਜਾਂਦਾ ਕਿ ਜਿਹੜਾ ਇੱਕ HPV ਨਾਂ ਦੇ ਵਾਇਰਸ ਤੋਂ ਫੈਲਿਆ ਜਾਂਦਾ, ਇਹ ਜਿਹੜਾ ਵਾਇਰਸ ਹੈ ਇਹ ਹੈ ਕੀ ਹੈ? ਇਹ ਕੈਂਸਰ ਜਿਸ ਤਰ੍ਹਾਂ ਆਪਾਂ ਦੱਸਿਆ ਕਿ ਇੱਕ ਗੰਭੀਰ ਸਮੱਸਿਆ ਲੈ ਚੁੱਕਿਆ ਹੈ, ਬਟ ਸਭ ਤੋਂ ਇਹਨੂੰ ਚਾਹੇ ਅਸੀਂ ਅੱਛੀ ਗੱਲ ਹੀ ਕਹੀਏ, ਜ਼ਿਆਦਾਤਰ ਆਮ ਤੌਰ ਲੋਕਾਂ ਦੇ ਵਿੱਚ ਇਹੀ ਧਾਰਨਾ ਹੁੰਦੀ ਹੈ ਕਿ ਕੈਂਸਰ ਦਾ ਪਹਿਲਾਂ ਤਾਂ ਲੋਕ ਨਾਮ ਸੁਣ ਕੇ ਹੀ ਡਰ ਜਾਂਦੇ ਹਨ। ਦੂਜੀ ਗੱਲ ਇਹ ਹੈ ਕਿ ਜਦੋਂ ਕੈਂਸਰ ਬਾਰੇ ਅਸੀਂ ਗੱਲ ਕਰਦੇ ਹਾਂ, ਲੋਕਾਂ ਵਿੱਚ ਆਮ ਤੌਰ 'ਤੇ ਇਹੀ ਉਹਨਾਂ ਦੇ ਵਿਊ ਪੁਆਇੰਟਸ ਹੁੰਦੇ ਹਨ ਕਿ ਕੈਂਸਰ ਦਾ ਕਾਰਨ ਨਹੀਂ ਪਤਾ ਹੁੰਦਾ। ਬਟ ਸਰਵਾਈਕਲ ਕੈਂਸਰ, ਜਿੰਨੇ ਵੀ ਔਰਤਾਂ ਦੇ ਵਿੱਚ ਪਾਏ ਜਾਣ ਵਾਲੇ ਕੈਂਸਰ ਆ, ਉਹਨਾਂ ਵਿੱਚੋਂ ਇੱਕ ਅਜਿਹਾ ਕੈਂਸਰ ਹੈ ਜਿਹਦਾ ਸਾਨੂੰ ਕਾਰਨ ਪਤਾ ਲੱਗ ਚੁੱਕਿਆ ਹੈ। ਅਤੇ ਜਿਹੜੇ ਸਾਇੰਟਿਸਟ, ਜਰਮਨ ਸਾਇੰਟਿਸਟ ਹਰਾਲ ਹਾਊਸਨ ਨੇ, ਜਿਹਨੇ ਇਹਦੀ ਡਿਸਕਵਰੀ ਕੀਤੀ ਸੀ, ਉਹਨਾਂ ਨੂੰ ਇਸ ਲਈ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਮਤਲਬ ਇਹ ਇੱਕ ਸਟੇਟਮੈਂਟ ਕਿ ਸਰਵਾਈਕਲ ਕੈਂਸਰ ਇੱਕ ਕੀਟਾਣੂ HPV ਵਾਇਰਸ ਕਰਕੇ ਹੁੰਦਾ ਹੈ, ਇਹ ਇੱਕ ਬਹੁਤ ਵੱਡੀ ਸਟੇਟਮੈਂਟ। ਅਤੇ ਫੀਮੇਲਸ ਨੂੰ ਕਿਵੇਂ, ਕੀ ਸਿਮਟਮ ਹੁੰਦੇ ਆ ਜਿਨ੍ਹਾਂ ਨੂੰ ਉਹਨੂੰ ਪਤਾ ਲੱਗਦਾ ਵੀ ਇਹ ਵਾਇਰਸ ਹੈ? ਡਿਫਿਕਲਟ ਔਰ ਮੋਸਟ, ਮਤਲਬ ਲਗਾ ਲਓ ਇਵਨ ਸਾਡੇ ਲਈ ਵੀ ਦਿਸ ਇਜ਼ ਦੀ ਮੋਸਟ ਡਿਫਿਕਲਟ ਸਿਚੁਏਸ਼ਨ, ਕਿਉਂਕਿ ਜਦੋਂ ਇਹ ਕੈਂਸਰ ਕੈਂਸਰ ਨਹੀਂ, ਜਦੋਂ ਇਹ ਵਾਇਰਸ ਬੋਡੀ ਦੇ ਵਿੱਚ ਐਂਟਰ ਕਰਦਾ ਹੈ ਜਾਂ ਜਦੋਂ ਇਸ ਕੈਂਸਰ ਦੇ ਸ਼ੁਰੂਆਤੀ ਟਾਈਮ ਹੁੰਦਾ, ਬਿਲਕੁਲ अर्ਲੀ ਸਟੇਜਸ ਹੁੰਦੇ ਹਨ, ਉਦੋਂ ਇਹ ਕੈਂਸਰ ਦੇ ਸਿੰਪਟਮਸ ਬਿਲਕੁਲ ਅਧਿਕ ਹੁੰਦੇ ਹਨ। ਪੇਸ਼ੈਂਟ ਮੋਸਟ ਆਫ ਦਾ ਟਾਈਮ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ HPV ਵਾਇਰਸ ਦੇ ਨਾਲ ਉਸਨੂੰ ਇਨਫੈਕਸ਼ਨ ਹੋ ਗਈ ਹੈ। ਔਰ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜਦੋਂ ਇਹ ਐਡਵਾਂਸ ਸਟੇਜ 'ਤੇ ਪਹੁੰਚ ਜਾਂਦਾ ਹੈ, ਜਦੋਂ ਇਹ ਕੈਂਸਰ ਦਾ ਰੂਪ ਲੈ ਲੈਂਦਾ ਹੈ। ਐਕਚੁਅਲੀ HPV ਵਾਇਰਸ ਇੱਕ ਇਨਫੈਕਸ਼ਨ ਤੋਂ ਸਟਾਰਟ ਹੁੰਦਾ ਹੈ ਜੋ ਹੌਲੀ ਹੌਲੀ 5 ਇਅਰਸ, 10 ਇਅਰਸ, 15 ਇਅਰਸ ਤੱਕ ਇਹ ਕੈਂਸਰ ਦਾ ਰੂਪ ਲੈਂਦਾ ਹੈ। ਬਟ ਜਦੋਂ ਇਹ ਐਡਵਾਂਸ ਸਟੇਜ 'ਤੇ ਵੀ ਪਹੁੰਚ ਜਾਂਦਾ ਹੈ ਤਾਂ ਜਿਹੜੇ ਇਹਦੇ ਸਿੰਪਟਮਸ ਆਉਂਦੇ ਹਨ, ਉਹ ਨਾ ਤਾਂ ਪੇਸ਼ੈਂਟ ਨੂੰ ਨਾ ਡਾਕਟਰ ਨੂੰ ਇੱਕਦਮ ਪਤਾ ਲੱਗਦਾ ਹੈ ਕਿ ਕੈਂਸਰ ਦੇ ਕਾਰਨ ਹਨ, ਕਿਉਂਕਿ ਉਹ ਸਿੰਪਟਮਸ ਹੀ ਇੰਨੇ ਕਾਮਨ ਹਨ, ਜਿਵੇਂ ਫਾਊਲ ਸਮੈਲਿੰਗ ਡਿਸਚਾਰਜ, ਮਤਲਬ ਗੰਦਾ ਪਾਣੀ ਪੈਣਾ है ना, या फिर पोस्ट कोइटल ब्लीडिंग, आपसी संबंध तो बाद हल्की मोटी ब्लीडिंग होना, या मिड साइकिल ब्लीडिंग के मैंसिस तो बाद थोड़ी जी ब्लीडिंग होना, कमर दर्द होना, पेट दर्द होना, अनीमिया दे साइंस। ये साइंस फीमेल्स दे विच इन्ने को कॉमन हैं कि असी सिर्फ ये साइंस या सिम्पटम्स के बेसिस ते वी कैन नॉट डायग्नोज कि पेशेंट नूं सर्वाइकल कैंसर है। ਇੱਕ ਜਿਹੜਾ ਔਰਤਾਂ ਹੁੰਦੀਆਂ ਇਸ ਗੱਲ ਤੋਂ ਥੋੜ੍ਹਾ ਜਿਹਾ ਹਿਚਕਿਚਾਉਂਦੀਆਂ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੇ ਲੱਛਣ ਦਿਖਦੇ ਨੇ, ਉਹ ਇਸ ਤਰ੍ਹਾਂ ਗੱਲਬਾਤ ਕਰਨ ਤੋਂ ਘਬਰਾਉਂਦੀਆਂ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ? ਅਸੀਂ ਇਹ ਕੈਂਪ ਉਹਨਾਂ ਦੀ ਜਾਗਰੂਕਤਾ ਵਾਸਤੇ ਹੀ ਤਾਂ ਲਗਾਇਆ ਹੈ, ਉਹਨਾਂ ਨੂੰ ਇਹ ਦੱਸਣ ਵਾਸਤੇ ਲਗਾਇਆ ਹੈ ਕਿ ਜਿਹੜਾ ਇੱਕ ਸਰਵਾਈਕਲ ਕੈਂਸਰ, ਚਾਹੇ ਉਹ ਬਹੁਤ ਕਾਮਨ ਹੈ, ਚਾਹੇ ਉਹ ਬਹੁਤ ਗੰਭੀਰ ਹੈ, ਮਗਰ ਉਹਦਾ ਕਾਰਨ ਪਤਾ ਲੱਗਣ ਕਰਕੇ ਅਸੀਂ ਉਸ ਤੋਂ ਬਚਾਓ ਕਰ ਸਕਦੇ ਹਾਂ। ਸਾਡੇ ਕੋਲ ਪ੍ਰੀਵੈਂਸ਼ਨ ਸਟ੍ਰੈਟੇਜੀਜ਼ ਹੈਗੀਆਂ, ਉਹਨਾਂ ਦੇ ਰਿਸਕ ਤੋਂ ਬਚਣ ਲਈ ਸਾਡੇ ਕੋਲ ਤਰੀਕੇ ਹਨ, ਮਗਰ ਉਹਨਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ
ਕਿਉਂਕਿ ਜਦੋਂ ਤੱਕ ਅਸੀਂ ਕਿਸੇ ਚੀਜ਼ ਲਈ ਅਵੇਅਰ ਨਹੀਂ ਹੋਵਾਂਗੇ, ਜਦੋਂ ਤੱਕ ਸਾਨੂੰ ਉਸਦੀ ਨੌਲੇਜ ਨਹੀਂ ਹੋਏਗੀ, ਉਹਦੀ ਅੰਡਰਸਟੈਂਡਿੰਗ ਨਹੀਂ ਹੋਏਗੀ, ਉਹ ਕਿਸੇ ਨਾਲ ਕੰਸਲਟ ਨਹੀਂ ਕਰਨਗੀਆਂ। ਇਸ ਲਈ ਇਹ ਕੈਂਪਸ ਜਾਂ ਇੱਦਾਂ ਦੇ ਅਵੇਅਰਨੈਸ ਕੈਂਪਸ ਇਸੇ ਲਈ ਲਗਾਏ ਜਾਂਦੇ ਹਨ ਕਿ ਆਮ ਜਨਤਾ ਤੱਕ ਇਹ ਮੈਸੇਜ ਜਾਏ ਕਿ ਉਹਨਾਂ ਨੇ ਇਹ ਸਿੰਪਟਮਸ ਆਉਣ ਤੋਂ ਪਹਿਲਾਂ ਹੀ ਆਪਣਾ ਰੂਟੀਨ ਚੈੱਕਅਪ ਕਰਾਉਣਾ ਹੈ ਤਾਂ ਕਿ ਉਹ ਇਹ ਕੈਂਸਰ ਤੋਂ ਬਚ ਸਕਣ। ਇੱਥੇ ਇੱਕ ਵੱਡਾ ਸਵਾਲ ਇਹ ਵੀ ਬਣਦਾ ਹੈ ਕਿ ਜੇ ਮਤਲਬ ਕੋਈ ਵੀ ਔਰਤ ਹੈ ਲੇਡੀ, ਉਹ ਪ੍ਰੈਗਨੈਂਸੀ ਦੇ ਦੌਰਾਨ ਹੈ, ਜੇ ਪ੍ਰੈਗਨੈਂਸੀ ਦੇ ਦੌਰਾਨ ਉਹਦੇ ਅੰਦਰ ਬੱਚੀ ਹੈ ਅਤੇ ਉਹ ਬੱਚੀ ਦੇ ਅੰਦਰ ਵੀ ਇਹ ਸਿੰਪਟਮ ਜਾਣਦੇ ਜਿਹੜੇ ਲੱਛਣ ਇਹ ਤਾਂ ਮਤਲਬ ਉਸ ਦੇ ਵਿੱਚ ਅਸੀਂ ਕਈ ਚੀਜ਼ਾਂ, ਜੇ ਸਰਵਾਈਕਲ ਕੈਂਸਰ ਦੇ ਨਾਲ ਪੇਸ਼ੈਂਟ ਹੈ ਤਾਂ ਸਾਨੂੰ ਕਈ ਪ੍ਰੀਕੋਸ਼ਨਸ ਲੈਣੇ ਪੈਂਦੇ ਹੈ ਉਹਨਾਂ ਦੀ ਡਿਲੀਵਰੀ ਦੇ ਟਾਈਮ ਜਾਂ ਉਹਨਾਂ ਦੇ ਉਸ ਦੇ ਟਾਈਮ। ਇਹ ਨਹੀਂ ਹੈ ਕਿ ਉਹ ਜਿਹੜਾ ਕੈਂਸਰ ਹੈ ਉਹ ਬੱਚੀ ਨੂੰ ਚਲਾ ਜਾਏਗਾ। ਜਿਸ ਤਰ੍ਹਾਂ ਕਿ ਇਹ ਵੇਲੇ ਜਿਵੇਂ ਸਰਵਿਕਸ ਦੇ ਮੂੰਹ ਦੇ ਅਗਰ ਬਹੁਤ ਹੀ ਮਤਲਬ ਐਡਵਾਂਸ ਸਟੇਜ ਵਾਲਾ ਕੈਂਸਰ ਹੈ ਤਾਂ ਅਸੀਂ ਉਹ ਪੇਸ਼ੈਂਟ ਨੂੰ ਸ਼ਾਇਦ ਉਹਨਾਂ ਦੀ ਨਾਰਮਲ ਡਿਲੀਵਰੀ ਵਾਲੇ ਪਾਸੇ ਨਹੀਂ ਲੈ ਕੇ ਜਾ ਸਕਦੇ, ਜਾਂ ਸਾਨੂੰ ਆਪਣੇ ਲੈਵਲ 'ਤੇ ਕਈ ਪ੍ਰੀਕੋਸ਼ਨਸ ਲੈਣੇ ਪੈਂਦੇ ਹਨ ਜੇ ਇਹ ਸਰਵਾਈਕਲ ਕੈਂਸਰ ਲੇਟਰ ਸਟੇਜਸ ਆਫ ਪ੍ਰੈਗਨੈਂਸੀ ਦੇ ਵਿੱਚ ਡਾਇਗਨੋਜ਼ ਹੁੰਦਾ ਹੈ। ਜਦੋਂ ਮੈਮ ਤੁਹਾਨੂੰ ਜਿਹੜਾ ਪੇਸ਼ੈਂਟਸ ਦੇ ਵਿੱਚ ਇਹ ਲੱਛਣ ਨਜ਼ਰ ਆਉਂਦੇ ਨੇ, ਫਿਰ ਸਭ ਤੋਂ ਪਹਿਲਾਂ ਉਹਨਾਂ ਦੇ ਕਿਹੜੇ ਟੈਸਟ ਕੀਤੇ ਜਾਂਦੇ, ਕਿਹੜੇ ਉਹ ਜਿਹੜਾ ਇਹ ਸਰਵਾਈਕਲ ਕੈਂਸਰ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਆਪਾਂ ਨੂੰ ਇਸ ਦਾ ਕਾਰਨ ਪਤਾ ਹੈ ਅਤੇ ਇਸ ਤੋਂ ਬਚਣ ਲਈ ਆਪਣੇ ਕੋਲ ਬਹੁਤ ਮਤਲਬ ਪ੍ਰੀਵੈਂਸ਼ਨ ਸਟ੍ਰੈਟੇਜੀਜ਼ ਹੈਗੀਆਂ। ਉਸ ਦੇ ਵਿੱਚ ਦੋ ਮੇਨ ਚੀਜ਼ਾਂ ਸਭ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਤਾਂ ਨਿਯਮਿਤ ਗਾਇਨੇਕੋਲੋਜਿਸਟ ਤੋਂ, ਕਿਸੇ ਵੀ ਆਪਣੇ ਨੇੜੇ ਜਿਹੜੇ ਵੀ ਗਾਇਨੇਕੋਲੋਜਿਸਟ ਹੈ ਉਸ ਤੋਂ ਨਿਯਮਿਤ ਰੈਗੂਲਰ ਚੈੱਕਅਪਸ ਚਾਹੀਦੇ ਹਨ। ਅਤੇ ਇਹਨਾਂ ਚੈੱਕਅਪਸ ਦੇ ਵਿੱਚ ਇੱਕ ਟੈਸਟ ਹੁੰਦਾ ਹੈ ਜਿਹਨੂੰ ਅਸੀਂ ਸਕਰੀਨਿੰਗ ਟੈਸਟ ਕਹਿੰਦੇ ਹਾਂ ਅਤੇ ਜਿਹਨੂੰ ਅਸੀਂ ਪੈਪ ਸਮੀਅਰ ਟੈਸਟ ਕਹਿੰਦੇ ਹਾਂ, ਉਹ ਕਰਵਾਉਣਾ ਜ਼ਰੂਰੀ ਹੁੰਦਾ ਹੈ। ਸਕਰੀਨਿੰਗ ਟੈਸਟ ਬੇਸਿਕਲੀ ਕੀ ਹੁੰਦਾ ਹੈ ਕਿ ਜਿਵੇਂ ਐਕਚੁਅਲ ਕੈਂਸਰ ਹੋਣਾ ਹੈ ਉਸ ਤੋਂ ਬਹੁਤ ਸਾਲ ਪਹਿਲਾਂ ਜਿਹੜੇ अर्ਲੀ ਸਾਈਨਸ ਐਂਡ ਸਿੰਪਟਮਸ ਹੁੰਦੇ ਹਨ ਇਨਫੈਕਸ਼ਨ ਦੇ ਜਾਂ ਉਸ ਨੂੰ ਪਕੜੀਏ ਤਾਂ ਕਿ ਆਪਾਂ ਲੇਟਰ ਸਟੇਜਿਸ 'ਚ ਕੈਂਸਰ ਨਾ ਹੋਣ ਦਈਏ। ਜਿਹੜਾ ਇਹ ਟੈਸਟ ਹੈ ਉਸ ਨੂੰ ਪੈਪ ਟੈਸਟ ਕਹਿੰਦੇ ਹਨ, ਪੈਪ ਸਮੀਅਰ ਵੀ ਬੋਲਦੇ ਹੈ। ਉਸ ਦੇ ਵਿੱਚ ਬਹੁਤ ਸਿੰਪਲ ਟੈਸਟ ਹੈ, OPD ਪ੍ਰੋਸੀਜਰ ਹੈ, ਕੋਈ ਇਸ ਦੇ ਵਿੱਚ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ, ਕੋਈ ਕੱਟ ਨਹੀਂ ਲੱਗਦਾ, ਕੁਛ ਨਹੀਂ ਲੱਗਦਾ। ਸਿੰਪਲ ਜੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਬੱਚੇਦਾਨੀ ਦੇ ਮੂੰਹ ਨੂੰ ਅਸੀਂ ਸਰਵਿਕਸ ਕਹਿੰਦੇ ਹਨ, ਉਸ ਸਰਵਿਕਸ ਤੋਂ ਉੱਥੇ ਦੇ ਪਾਣੀ ਦੀ ਜਾਂਚ ਭੇਜੀ ਜਾਂਦੀ ਹੈ। ਠੀਕ ਹੈ, ਪਾਣੀ ਦੀ ਜਾਂਚ ਤੋਂ ਆਪਾਂ ਨੂੰ ਇਹ ਆਈਡੀਆ ਹੋ ਜਾਂਦਾ ਹੈ ਕਿ ਸਰਵਿਕਸ 'ਤੇ ਕੋਈ HPV ਇਨਫੈਕਸ਼ਨ ਤਾਂ ਨਹੀਂ ਹੈ ਜਾਂ ਇੱਥੇ ਕੈਂਸਰ ਦੇ ਕੋਈ ਸੈੱਲ ਤਾਂ ਨਹੀਂ ਪਨਪ ਰਹੇ। ਇਸ ਦੀ ਥੋੜ੍ਹੀ ਜਿਹੀ ਅਗਰ ਆਪਾਂ ਐਡਵਾਂਸ ਸਟੇਜ ਲੈਂਦੇ ਹਾਂ ਉਸ ਨੂੰ ਕਹਿੰਦੇ ਆ HPV ਟੈਸਟਿੰਗ। ਠੀਕ ਹੈ, HPV ਟੈਸਟਿੰਗ ਦੇ ਵਿੱਚ ਜਿਵੇਂ ਤੁਹਾਡੇ ਨਾਲ ਗੱਲ ਹੋਈ ਕਿ HPV ਵਾਇਰਸ ਕਰਕੇ ਇਹ ਹੁੰਦਾ ਹੈ, ਉਸ ਦੇ ਵਿੱਚ ਆਪਾਂ HPV ਵਾਇਰਸ ਨੂੰ ਡਾਇਗਨੋਸ ਕਰਦੇ ਹਾਂ ਕਿ ਲੇਡੀ HPV ਇਨਫੈਕਸ਼ਨ ਤੋਂ ਸਫਰ ਤਾਂ ਨਹੀਂ ਕਰ ਰਹੀ। ਕਿ ਜੇ ਉਹ HPV ਇਨਫੈਕਸ਼ਨ ਤੋਂ ਸਫਰ ਕਰ ਰਹੀ ਹੈ ਤਾਂ ਡੈਫੀਨੇਟਲੀ ਆਪਾਂ ਨੂੰ ਉਹਨੂੰ ਟਰੀਟ ਕਰਨਾ ਪਏਗਾ, ਕਿਉਂਕਿ ਆਪਾਂ ਨੂੰ ਪਤਾ ਹੈ ਇਸ ਤਰ੍ਹਾਂ ਦੀ ਲੇਡੀਜ਼ ਨੂੰ ਅੱਗੇ ਜਾ ਕੇ ਕੈਂਸਰ ਹੋਣ ਦੇ ਚਾਂਸਿਸ ਹੋ ਸਕਦੇ ਹਨ। ਅਗਰ ਇਹ ਟੈਸਟ ਨੈਗੇਟਿਵ ਹੈ, ਸਪੋਜ਼ ਪੈਪ ਟੈਸਟ ਨੈਗੇਟਿਵ ਆ ਰਿਹਾ, ਤਾਂ ਸਿਰਫ ਇਸ ਦੇ ਵਿੱਚ ਈਅਰਲੀ ਜਾਂ 2 ਈਅਰਲੀ ਫੀਮੇਲ ਨੂੰ ਆਪਣੀ ਰੈਗੂਲਰ ਜਾਂਚ ਕਰਵਾਉਣੀ ਪੈਂਦੀ ਹੈ। ਜਿਵੇਂ HPV ਟੈਸਟਿੰਗ ਅਗਰ ਨੈਗੇਟਿਵ ਹੈ, ਜਿਹੜਾ ਮੈਂ ਤੁਹਾਨੂੰ ਦੱਸਿਆ ਐਡਵਾਂਸਡ ਫਾਰਮ ਹੈ, ਉਹਦੇ ਵਿੱਚ ਇੱਕ ਫੀਮੇਲ ਨੂੰ 45 ਈਅਰਸ ਤੱਕ 3 ਈਅਰਲੀ ਜਾਂ 5 ਈਅਰਲੀ ਆਪਣੀ ਰੂਟੀਨ ਟੈਸਟਿੰਗ ਕਰਵਾਉਣੀ ਪੈਂਦੀ ਹੈ। ਆਫਟਰ 65 ਈਅਰਸ ਇਹ 5 ਈਅਰਸ ਹੋ ਜਾਂਦਾ ਹੈ। ਮਤਲਬ ਜਿਵੇਂ ਜਿਵੇਂ ਏਜ ਵੱਧਦੀ ਹੈ ਇਸ ਦੀ ਜਿਹੜੀ ਟੈਸਟਿੰਗ ਦੇ ਨੰਬਰ ਆਫ ਈਅਰਸ ਹੈ ਉਹ ਵੀ ਇੰਕਰੀਜ਼ ਹੋ ਜਾਂਦੇ ਹੈ। ਇੱਕ ਵੈਕਸੀਨ ਦੱਸੀ ਜਾਂਦੀ ਹੈ, ਇੱਕ ਜਿਹੜੀ ਜਿਵੇਂ ਮੈਂ ਤੁਹਾਨੂੰ ਪ੍ਰੀਵੈਂਸ਼ਨ ਸਟ੍ਰੈਟੇਜੀਜ਼ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਹੈ ਨਿਯਮਿਤ ਗਾਇਨੇਕੋਲੋਜਿਸਟ ਜਾਂਚ ਅਤੇ ਸਕਰੀਨਿੰਗ ਟੈਸਟ। ਦੂਸਰਾ ਜਿਹੜਾ ਮੋਸਟ ਇੰਪੋਰਟੈਂਟ ਅਤੇ ਸ਼ਾਇਦ ਆਪਾਂ ਸਾਰਿਆਂ ਲਈ ਇੱਕ ਖੁਸ਼ੀ ਦੀ ਵੀ ਗੱਲ ਹੈ ਕਿ ਇੱਕ ਕੈਂਸਰ ਨੂੰ ਅਸੀਂ ਇੱਕ ਵੈਕਸੀਨ ਦੇ ਨਾਲ ਬਚਾ ਸਕਦੇ ਹਾਂ। ਮੇਰੇ ਖਿਆਲ ਨਾਲ ਹੋਰ ਕੋਈ ਕੈਂਸਰ ਨਹੀਂ ਹੈ ਜਿਹਨੂੰ ਆਪਾਂ ਇੱਕ ਵੈਕਸੀਨ ਨਾਲ ਬਚਾ ਸਕਦੇ ਹਾਂ। ਇਸ ਵੈਕਸੀਨ ਨੂੰ HPV ਵੈਕਸੀਨ ਹੀ ਬੋਲਿਆ ਜਾਂਦਾ ਹੈ। ਜਿਸ ਤਰ੍ਹਾਂ ਇਸ ਦਾ ਕਾਰਨ HPV ਹੈ ਤਾਂ ਇਸ ਵੈਕਸੀਨ ਨੂੰ ਅਸੀਂ HPV ਵੈਕਸੀਨ ਬੋਲਦੇ ਹਾਂ। ਠੀਕ ਹੈ, ਜਿਹੜੀ ਇਹ ਵੈਕਸੀਨ ਹੈ ਇਹ ਵਾਇਰਸ ਲਾਈਕ ਪਾਰਟੀਕਲ ਨਾਲ ਬਣਦੀ ਹੈ ਜਿਹਨੂੰ VLP ਬੋਲਦੇ ਹੈ। ਇਹ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ HPV ਹੈ ਉਹ ਡਿਫਰੈਂਟ ਸਟ੍ਰੇਨਸ ਦੇ ਵਿੱਚ ਅਵੇਲੇਬਲ ਹੈ, ਬਹੁਤ ਸਾਰੇ 30 to 40 ਸਟ੍ਰੇਨਸ ਹੈ। ਜਿਹੜੀ ਇਹ ਵੈਕਸੀਨ ਹੈ ਇਹ ਵੀ ਅਲੱਗ-ਅਲੱਗ ਸਟ੍ਰੇਨਸ ਦੇ ਨਾਲ ਬਣੀ ਹੋਈ ਹੈ। ਇਹ ਅਲੱਗ-ਅਲੱਗ ਕੰਪਨੀਜ਼ ਦੀ ਡਿਫਰੈਂਟ ਤਰ੍ਹਾਂ ਦੀ ਵੈਕਸੀਨ ਆਉਂਦੀ ਹੈ। ਯੂਜੂਅਲੀ ਇਹ 9 to 45 ਈਅਰਸ ਆਫ ਏਜ ਦੀ ਫੀਮੇਲਸ ਬੱਚਿਆਂ ਨੂੰ ਵੀ ਅਤੇ ਬੜੀ ਲੇਡੀਜ਼ ਨੂੰ ਵੀ ਦਿੱਤੀ ਜਾ ਸਕਦੀ ਹੈ। ਇਹ ਮਤਲਬ ਕੋਈ ਰੈਗੂਲਰ ਵੈਕਸੀਨ ਜਿਵੇਂ ਆਪਾਂ ਪੋਲੀਓ ਦੀ ਪਾਉਂਦੇ ਨੇ ਉਸ ਜਿਵੇਂ ਹੁਣ ਆਪਣੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਸਰਵਾਈਕਲ ਕੈਂਸਰ ਵਰਲਡ ਦਾ 2nd ਮੋਸਟ ਕਾਮਨ ਕੈਂਸਰ ਬਣ ਚੁੱਕਿਆ ਹੈ। ਹੁਣ WHO ਦੇ ਵਿੱਚ ਤਾਂ ਹੁਣ ਉਸ ਤਰ੍ਹਾਂ ਦੀ ਸਟੱਡੀਜ਼ ਚੱਲ ਰਹੀਆਂ ਕਿ ਜਿਸ ਤਰ੍ਹਾਂ ਕਿ ਇੱਕ ਆਪਾਂ ਰੂਟੀਨ BCG ਟਾਈਫਾਇਡ BCG ਔਰ ਹੋਰ ਵੈਕਸੀਨਸ ਦਿੰਦੇ ਆ, ਮਤਲਬ ਪੋਲੀਓ ਦੀ ਜਾਂ ਹੋਰ, ਉਹ ਸ਼ਾਇਦ ਇਹ ਵੈਕਸੀਨ ਉਸ ਤਰ੍ਹਾਂ ਦੇ ਕਰਿਕੂਲਮ ਦੇ ਨਾਲ ਹੀ ਇੱਕ ਰੈਗੂਲਰ ਵੈਕਸੀਨ ਦੀ ਤਰ੍ਹਾਂ ਵੀ ਇੰਟਰੋਡਿਊਸ ਹੋ ਜਾਏਗੀ। ਕਿਉਂਕਿ ਇਹ ਵੈਕਸੀਨ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ 9 to 45 ਈਅਰਸ ਆਫ ਏਜ ਗਰੁੱਪ 'ਚ ਦੇਣੀ ਹੈ, ਬਟ ਬੈਟਰ ਹੈ ਕਿ ਇਹ ਜਿਹੜੀ ਵੈਕਸੀਨ ਹੈ ਇਹ अर्ਲੀ ਏਜਿਸ 'ਚ ਦੇਈ ਜਾਏ। ਮਤਲਬ ਜਿਸ ਤਰ੍ਹਾਂ ਆਪਾਂ ਜਿੰਨਾ अर्ਲੀ ਇਸ ਵੈਕਸੀਨ ਨੂੰ ਦੇਵਾਂਗੇ ਉਨਾ ਬੈਟਰ ਹੈ। ਇਸ ਦਾ ਮੇਨ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਕਿ ਜਿਹੜੇ ਬੱਚੇ ਹੈ, ਚਾਹੇ
ਮੇਲਸ ਹੈ ਚਾਹੇ ਫੀਮੇਲਸ ਹੈ, ਉਹਨਾਂ ਦੇ ਵਿੱਚ ਜਿਹੜਾ ਇਮਿਊਨ ਰਿਸਪੌਂਸ ਹੁੰਦਾ, ਇਮਿਊਨਿਟੀ ਹੁੰਦੀ ਹੈ, ਉਹ ਡੈਫੀਨੇਟਲੀ ਆਪਾਂ ਲੋਕਾਂ ਤੋਂ, ਬੜਿਆਂ ਲੋਕਾਂ ਤੋਂ ਬੈਟਰ ਹੁੰਦੀ ਹੈ। ਦੂਸਰਾ ਰੀਜ਼ਨ ਹੈ ਕਿ ਜਿਸ ਤਰ੍ਹਾਂ ਇਹ ਵਾਇਰਸ ਦਾ ਸਪਰੈਡ, ਆਪਾਂ ਗੱਲ ਕੀਤੀ ਕੰਟੈਕਟ ਸੈਕਸ਼ੂਅਲ ਐਕਟੀਵਿਟੀ ਦੇ ਨਾਲ ਹੁੰਦਾ ਹੈ, ਅਤੇ ਬੱਚਿਆਂ ਦੇ ਵਿੱਚ ਅਗਰ ਆਪਾਂ ਇਹ ਵੈਕਸੀਨ ਦੇ ਦਿੰਦੇ ਹਾਂ ਤਾਂ ਉਹ ਸੈਕਸ਼ੂਅਲ ਐਕਟੀਵਿਟੀ ਤੋਂ ਪਹਿਲਾਂ ਦਿਆ ਜਾਂਦਾ ਹੈ ਅਤੇ ਉਸ ਦਾ ਕਵਰੇਜ ਜਾਂ ਉਸ ਦੀ ਇਮਿਊਨਿਟੀ ਬੈਟਰ ਡਿਵੈਲਪ ਹੁੰਦੀ ਹੈ। 9 to 15 ਈਅਰਸ ਆਫ ਏਜ ਦੇ ਵਿੱਚ ਅਗਰ ਇਹ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਉਸ ਦਾ ਜਿਹੜਾ ਇਮਿਊਨ ਰਿਸਪੌਂਸ ਹੈ ਉਹ ਬਹੁਤ ਅੱਛਾ ਆਉਂਦਾ ਹੈ। ਇਹ ਜਿਹੜੇ ਸਿੰਪਟਮ ਆ, ਜ਼ਿਆਦਾਤਰ ਲੱਛਣ ਆ, ਇਹ ਕਿਹੜੇ ਏਜ ਫੈਕਟਰ, ਕਿਹੜੀਆਂ ਕਿੱਥੋਂ ਕੁ ਤੱਕ ਜਿਹੜੀਆਂ ਮਹਿਲਾਵਾਂ ਦੀ ਉਮਰ ਵਰਗ ਦੇ ਵਿੱਚ ਜਿਹੜਾ ਪਾਇਆ ਜਾਂਦਾ? ਨਹੀਂ, ਇਹ ਤਾਂ ਮਤਲਬ ਡਿਪੈਂਡ ਕਰਦਾ ਨਾ ਉਹਨਾਂ ਦੀ ਸੈਕਸ਼ੂਅਲ ਐਕਟੀਵਿਟੀ ਕਦੋਂ ਸਟਾਰਟ ਹੋਈ, ਉਹਨਾਂ ਦਾ ਸੋਸ਼ੋ ਇਕਨੋਮਿਕ ਸਟੇਟਸ ਕਿੱਦਾਂ ਦਾ ਹੈ, ਉਹਨਾਂ ਦੇ ਮਲਟੀਪਲ ਸੈਕਸ਼ੂਅਲ ਪਾਰਟਨਰਸ ਤਾਂ ਨਹੀਂ ਹੈ, ਉਹਨਾਂ ਦੀ ਮੈਰਿਜ ਕਿਹੜੀ ਏਜ ਗਰੁੱਪ 'ਚ ਹੋਈ, ਬੱਚੇ ਕਿੰਨੇ ਬੱਚੇ ਹੈ ਅਤੇ ਬੱਚਿਆਂ ਦੀ ਗੈਪਸ ਕਿੰਨੇ ਹਨ, ਜਾਂ ਹੋਰ ਵੀ ਮਤਲਬ ਕਿ ਉਹਨਾਂ ਨੂੰ HPV ਇਨਫੈਕਸ਼ਨ ਕਿਹੜੀ ਉਮਰ 'ਚ ਆਇਆ, ਉਹ ਉਸ ਚੀਜ਼ 'ਤੇ ਡਿਪੈਂਡ ਕਰਦਾ। ਤੁਸੀਂ ਦੱਸਿਆ ਜਿਹੜਾ ਛੋਟੀ ਉਮਰ ਜਿਹੜੇ ਸੈਕਸ਼ੂਅਲੀ ਐਕਟਿਵ ਹੋ ਜਾਣਾ, ਇਹਦਾ ਵੀ ਇੱਕ ਕਾਰਨ? ਬਿਲਕੁਲ ਹੈ। ਜਿੰਨਾ ਜਲਦੀ ਤੁਸੀਂ ਸੈਕਸ਼ੂਅਲ ਐਕਟੀਵਿਟੀ ਦੀ ਸਟਾਰਟ ਹੋਏਗੀ, ਉਨੀ ਜਲਦੀ ਤੁਹਾਡੇ 'ਚ ਵਾਇਰਸ ਦੇ ਐਂਟਰ ਹੋਣ ਦੇ ਚਾਂਸਸ ਹਨ, ਅਤੇ ਜਿੰਨਾ ਫਿਰ ਉਹ ਵਾਇਰਸ ਦਾ ਤੁਹਾਡੀ ਬਾਡੀ ਦੇ ਵਿੱਚ ਰਹੇਗਾ ਉਨਾ ਹੀ ਉਹਨੂੰ ਟਾਈਮ ਮਿਲੇਗਾ। ਕੈਂਸਰ ਬਣਦਾ ਹੈ, ਲੇਟ ਬਣਦਾ ਹੈ, ਬਟ ਜਿੰਨੀ ਜਲਦੀ ਉਹ ਇੰਟਰੋਡਿਊਸ ਹੋਏਗਾ ਫਿਰ ਉਨੀ ਜਲਦੀ ਕੈਂਸਰ ਬਣਨ ਦੇ ਚਾਂਸਸ ਵੀ ਤਾਂ ਵੱਧਦੇ ਹਨ ਨਾ। ਜਿਵੇਂ ਹਰ ਇੱਕ ਜਿਹੜੀ ਕੈਂਸਰ ਦੀ ਕਿਸਮ ਹੁੰਦੀ, ਉਹਦੀਆਂ ਇੱਕ ਸਟੇਜਸ ਹੁੰਦੀਆਂ ਨਾ, ਜਿਵੇਂ ਫਸਟ ਸਟੇਜ, ਸੈਕਿੰਡ ਸਟੇਜ ਅਤੇ ਥਰਡ। ਇਹਦੀਆਂ ਆਪਾਂ ਇੱਕ ਪ੍ਰੀਵੈਂਸ਼ਨ ਸਟ੍ਰੈਟਜੀਜ਼ ਦੀ ਗੱਲ ਕੀਤੀ ਹੈ, ਇਹ ਕਿਉਂ ਗੱਲ ਕੀਤੀ ਹੈ? ਆਪਾਂ ਹਰ ਕਿਸੇ ਨੂੰ ਤਾਂ ਉਸ ਸਟੇਜ 'ਤੇ ਨਹੀਂ ਨਾ ਪਕੜ ਸਕਦੇ ਕਿ ਹਜੇ ਸਿਰਫ ਇਨਫੈਕਸ਼ਨ ਹੈ ਅਤੇ ਕੈਂਸਰ ਨਹੀਂ ਹੋਇਆ। ਕਈ ਵਾਰ ਆਪਾਂ ਨੂੰ ਪੇਸ਼ੈਂਟ ਨੂੰ ਕੈਂਸਰ ਵਾਲੀ ਸਟੇਜ 'ਤੇ ਵੀ ਪਕੜਾਂਗੇ। ਇਹ ਪ੍ਰੀਵੈਂਸ਼ਨ ਸਟ੍ਰੈਟਜੀਜ਼ ਬਣਨ ਦਾ ਜਾਂ ਇਹਨਾਂ ਨੂੰ ਫੋਲੋ ਕਰਨ ਦਾ ਇਹੀ ਪਰਪਜ਼ ਹੈ ਕਿ ਅਗਰ ਆਪਾਂ ਕੈਂਸਰ ਨੂੰ अर्ਲੀ ਸਟੇਜਸ, ਜਿਵੇਂ ਮਤਲਬ ਸ਼ੁਰੂਆਤੀ ਟਾਈਮ ਦੇ ਵਿੱਚ ਪਕੜ ਲੈਂਦੇ ਹਾਂ ਤਾਂ ਉਹ ਟ੍ਰੀਟੇਬਲ ਹੈ, ਉਹ ਸਰਜਰੀ ਦੇ ਨਾਲ ਹੀ ਟ੍ਰੀਟ ਹੋ ਸਕਦਾ ਹੈ। ਮਤਲਬ ਜਿਵੇਂ ਉਹਦਾ ਕੈਂਸਰ ਦੇ ਲਈ ਜਿਹੜੀ ਸਰਜਰੀਜ਼ ਹੁੰਦੀਆਂ ਹਨ ਉਹ ਬਹੁਤ ਅੱਛਾ ਉਹਨਾਂ ਨੂੰ ਟ੍ਰੀਟਮੈਂਟ ਮਿਲ ਸਕਦਾ ਹੈ। ਬਟ ਅਗਰ ਆਪਾਂ ਇਹੀ ਕੈਂਸਰ ਨੂੰ ਲੇਟਰ ਸਟੇਜਸ 'ਤੇ ਪਹੁੰਚਾ ਦਿੰਦੇ ਹਾਂ ਤਾਂ ਆਪਣੇ ਕੋਲ ਟ੍ਰੀਟਮੈਂਟ ਆਪਸ਼ਨਸ ਬਹੁਤ ਘੱਟ ਜਾਂਦੀਆਂ ਹਨ, ਜਿਵੇਂ ਕੀਮੋਥੈਰੇਪੀ, ਰੇਡੀਓਥੈਰੇਪੀ, ਜਾਂ ਪੇਸ਼ੈਂਟ ਬਹੁਤ ਐਡਵਾਂਸ ਸਟੇਜ ਜਾਂ ਉਸ ਟਾਈਮ ਮਿਲਦਾ ਹੈ ਜਦੋਂ ਕੈਂਸਰ ਬੱਚੇਦਾਨੀ ਦੇ ਮੂੰਹ ਤੋਂ ਬੱਚੇਦਾਨੀ, ਫਿਰ ਉਸ ਤੋਂ ਬਾਅਦ ਟਿਊਬਸ ਦੇ ਵਿੱਚ, ਫਿਰ ਉਸ ਤੋਂ ਬਾਅਦ ਅੱਗੇ ਬਲੈਡਰ ਦੇ ਵਿੱਚ, ਮੀਨਸ ਪਿਸ਼ਾਬ ਵਾਲੀ ਥੈਲੀ ਦੇ ਵਿੱਚ, ਜਾਂ ਆਂਤੜੀਆਂ ਦੇ ਵਿੱਚ, ਜਾਂ ਬਾਡੀ ਦੇ ਹੋਰ ਪਾਰਟਸ ਦੇ ਵਿੱਚ ਵੀ ਫੈਲ ਜਾਂਦਾ ਹੈ। ਇਹ ਜਿਹੜੀ ਪ੍ਰੀਵੈਂਸ਼ਨ ਸਟ੍ਰੈਟਜੀਜ਼ ਜਾਂ ਜਿਹੜਾ ਆਪਾਂ ਸਕਰੀਨਿੰਗ ਟੈਸਟ ਜਾਂ ਵੈਕਸੀਨੇਸ਼ਨ ਦੀ ਗੱਲ ਕਰ ਰਹੇ ਹਾਂ, ਇਹ ਇਸੀ ਸਾਰੀ ਸਟੇਜਸ ਤੋਂ ਬਚਣ ਲਈ ਗੱਲ ਕਰ ਰਹੇ ਹਾਂ। ਜਦੋਂ ਲਾਸਟ ਸਟੇਜ ਇਸ ਕੈਂਸਰ ਦੀ ਆ ਜਾਂਦੀ ਹੈ, ਉਦੋਂ ਪੇਸ਼ੈਂਟ ਦੇ ਕੀ ਕਾਰਨ ਹੋ ਜਾਂਦੇ ਵੀ ਆਪਾਂ ਉਹਦੀ ਰੋਕਥਾਮ ਨਹੀਂ ਕਰ ਸਕਦੇ? ਕਿਉਂਕਿ ਉਹ ਬਾਡੀ ਵਿੱਚ ਸਪਰੈਡ ਕਰ ਚੁੱਕਿਆ ਹੈ। ਬੱਚੇਦਾਨੀ ਦੇ ਅੱਗੇ ਪਿਸ਼ਾਬ ਵਾਲੀ ਥੈਲੀ ਹੈ, ਪਿੱਛੇ ਸਾਰੀ ਆਂਤੜੀਆਂ ਹਨ। ਜਦੋਂ ਉਹ ਇੰਨੀ ਐਡਵਾਂਸ ਜਾਂ ਬਾਡੀ ਦੇ, ਉਹ ਕੈਂਸਰ ਤਾਂ ਕਿਤੇ ਵੀ ਫੈਲ ਸਕਦਾ ਹੈ ਨਾ, ਫਿਰ ਜਦੋਂ ਉਹ ਪੂਰੀ ਬਾਡੀ 'ਚ ਹੀ ਫੈਲ ਗਿਆ, ਡੈਫੀਨੇਟਲੀ ਜਿਸ ਤਰ੍ਹਾਂ ਹੋਰ ਕੈਂਸਰਸ ਨੂੰ ਕੰਟਰੋਲ ਕਰਨਾ ਡਿਫਿਕਲਟ ਹੁੰਦਾ ਹੈ, ਉਸ ਤਰ੍ਹਾਂ ਹੀ ਸਰਵਾਈਕਲ ਕੈਂਸਰ ਦੇ ਨਾਲ ਵੀ ਹੈ। ਇਹ ਕੈਂਸਰ ਦਾ ਸਭ ਤੋਂ ਮੇਨ ਔਰ ਜਾਂ ਗੁੱਡ ਪੁਆਇੰਟ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਕੈਂਸਰ ਤੋਂ ਬਚਣ ਲਈ ਆਪਣੇ ਕੋਲ ਮੈਥਡਸ ਹਨ ਤਾਂ ਕਿ ਆਪਾਂ ਉਸ ਨੂੰ ਇਸ ਐਡਵਾਂਸ ਸਟੇਜ 'ਤੇ ਨਾ ਪਹੁੰਚਣ ਦਈਏ। ਇਸ ਦੇ ਲਈ ਸਿਰਫ ਇੱਕ ਅਵੇਅਰਨੈਸ ਜਾਂ ਜਾਗਰੂਕਤਾ ਦੀ ਜ਼ਰੂਰਤ ਹੈ, ਜੋ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਤਲਬ ਹਾਊ ਕੈਨ ਵੀ ਪ੍ਰੀਵੈਂਟ ਦਿਸ ਕੈਂਸਰ ਟੂ ਹੈਪਨ, ਕਿ ਉਸ ਤੋਂ ਉਹਨੂੰ ਆਉਣ ਤੋਂ ਜਾਂ ਫਿਰ ਉਹਨੂੰ ਐਡਵਾਂਸ ਸਟੇਜ ਤੱਕ ਪਹੁੰਚਣ ਤੋਂ ਕਿਵੇਂ ਅਸੀਂ ਬਚ ਸਕਦੇ ਹਾਂ। ਇੱਕ ਸਰ ਇਹ ਵੀ ਸਰਵੇ 'ਚ ਦੇਖਿਆ ਗਿਆ ਜਿਹੜਾ ਇਹ ਕੈਂਸਰ ਹੈ ਇਹ ਪੂਰ ਇਕਨੋਮਿਕਲ ਏਰੀਆ, ਜਿਹੜਾ ਪੂਰ ਲੋਕ ਉਹਨਾਂ 'ਚ ਜ਼ਿਆਦਾ ਫੈਲ ਰਿਹਾ, ਉਹਦਾ ਕੀ ਕਾਰਨ? ਉਹਦਾ ਇਹੀ ਕਾਰਨ ਹੈ ਕਿ ਯੂਜੂਲੀ ਇਹ ਵਾਲੇ ਜਿਹੜੇ ਪੂਰ ਇਕਨੋਮਿਕ ਸਟੇਟਸ ਵਾਲੇ ਪੇਸ਼ੈਂਟਸ ਹੈ, ਇੱਕ ਤਾਂ ਉਹਨਾਂ ਦੇ ਹਾਈਜੀਨ ਵਾਲਾ ਪਾਰਟ, ਸਾਫ ਸਫਾਈ ਵਾਲਾ ਪਾਰਟ ਮਤਲਬ ਜ਼ਿਆਦਾ ਅੱਛਾ ਨਹੀਂ ਹੁੰਦਾ। ਇਨਫੈਕਸ਼ਨ ਤਾਂ ਮਤਲਬ ਤਾਂ ਹੀ ਫੈਲੇਗੀ ਨਾ ਜਦੋਂ ਆਪਾਂ ਇੱਕ ਜਗ੍ਹਾ ਨੂੰ ਬਹੁਤ ਅੱਛੀ ਤਰ੍ਹਾਂ ਸਾਫ ਸੁਥਰਾ ਨਹੀਂ ਰੱਖਦੇ। ਦੂਸਰਾ, ਉਹ ਵਾਲੇ ਐਸੇ ਵਾਲੇ ਇਕਨੋਮਿਕ ਸਟੇਟਸ ਵਾਲੇ ਲੋਕਾਂ ਦੇ ਵਿੱਚ अर्ਲੀ ਮੈਰਿਜਸ, ਮਲਟੀਪਲ ਸੈਕਸ਼ੂਅਲ ਪਾਰਟਨਰਸ, ਜਲਦੀ ਬੱਚੇ ਹੋਣਾ, ਜ਼ਿਆਦਾ ਬੱਚੇ ਹੋਣਾ, ਜਿਸ ਤਰ੍ਹਾਂ ਕਿ ਆਪਾਂ ਸਾਰੀਆਂ ਗੱਲਾਂ ਕरें, ਉਹ ਸਾਰੇ ਫੈਕਟਰਸ ਵੀ ਉਹਨਾਂ ਉਸ ਸਟ੍ਰੇਟਾ ਦੇ ਵਿੱਚ ਇਨਵੋਲਵਡ ਹਨ। ਇਸ ਕਰਕੇ ਇਹ ਕੈਂਸਰ ਥੋੜ੍ਹਾ ਜ਼ਿਆਦਾ ਉਹ ਲੇਡੀਜ਼ ਦੇ ਵਿੱਚ ਹੁੰਦਾ ਹੈ। ਬਟ ਇਸ ਤਰ੍ਹਾਂ ਨਹੀਂ ਹੈ ਕਿ ਜੇ ਬਿਲਕੁਲ ਬਹੁਤ ਅੱਛੀ ਹਾਈਜੀਨ ਮੇਨਟੇਨਡ ਹੈ, अर्ਲੀ ਮੈਰਿਜਸ ਨਹੀਂ ਵੀ ਹੋਈਆਂ ਤਾਂ ਮਤਲਬ ਲੇਟਰ ਔਨ ਗੁੱਡ ਸੋਸ਼ੋ ਇਕਨੋਮਿਕ ਸਟੇਟਸ ਵਾਲੀ ਫੀਮੇਲਸ ਨੂੰ ਨਹੀਂ ਹੁੰਦੀ। ਇਹ ਕੈਂਸਰ ਕਿਸੇ ਵੀ ਏਜ ਦੀ, ਕਿਸੇ ਵੀ ਏਜ ਵਿੱਚ, ਕਿਸੇ ਵੀ ਸੋਸ਼ੋ ਇਕਨੋਮਿਕ ਸਟੇਟਸ ਦੀ ਫੀਮੇਲ ਨੂੰ ਕਦੀ ਵੀ ਹੋ ਸਕਦੀ ਹੈ। ਹੁਣ ਤੱਕ ਜਿਹੜੀ ਆਪਾਂ ਗੱਲ ਕੀਤੀ ਇਹਨਾਂ ਦੇ ਕਾਰਨ ਅਤੇ ਲੱਛਣਾਂ ਦੀ, ਇਹਨਾਂ ਦਾ ਆਪਾਂ ਕੀ ਪਰਹੇਜ਼ ਕਰ ਸਕਦੇ, ਕੀ ਹੈ ਜਿਹੜੀਆਂ ਘਰ ਵਿੱਚ ਆਪਾਂ ਸਾਵਧਾਨੀਆਂ, ਇੱਕ ਔਰਤ ਸਾਵਧਾਨੀਆਂ ਰੱਖ ਸਕਦੀ? ਇਸ ਦੇ ਵਿੱਚ ਸਾਵਧਾਨੀਆਂ ਤੋਂ ਜ਼ਿਆਦਾ ਜ਼ਰੂਰਤ ਹੈ ਜਾਗਰੂਕਤਾ ਦੀ, ਕਿ ਸਾਰੀ ਫੀਮੇਲਸ ਨੂੰ ਇੱਕ ਤਾਂ ਮਤਲਬ ਚਾਹੇ ਉਹ ਆਪਣੀ ਸਿਸਟਰਸ ਹਨ, ਚਾਹੇ ਉਹ ਆਪਣੀ ਫਰੈਂਡਸ ਹਨ, ਚਾਹੇ ਮਦਰਸ ਹੈ, ਜਾਂ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਤਾਂ ਸਰਵਾਈਕਲ ਕੈਂਸਰ ਹੁੰਦਾ ਕੀ ਹੈ। ਦੂਸਰਾ ਕਿ ਇਸ ਦੇ ਲਈ ਰੈਗੂਲਰ ਗਾਇਨੋਕੋਲੋਜਿਸਟ ਚੈੱਕਅਪ,
ਠੀਕ ਹੈ। ਜਦੋਂ ਵੀ ਮਤਲਬ 21 ਈਅਰਸ ਤੋਂ ਬਾਅਦ ਇੱਕ ਰੈਗੂਲਰ ਗਾਇਨੇਕੋਲੋਜਿਸਟ ਚੈੱਕਅਪ, ਜਿੱਥੇ ਜਿਹੜਾ ਅਗਰ ਪੈਪਸਮੀਅਰ ਦੀ ਰਿਕੁਆਇਰਮੈਂਟ ਹੈ ਜਾਂ HPV ਟੈਸਟਿੰਗ ਦੀ ਰਿਕੁਆਇਰਮੈਂਟ ਹੈ ਉਹ ਕਰਵਾਉਣ। ਮਤਲਬ ਆਪਣੇ ਨੇੜੇ ਕੋਈ ਵੀ ਗਾਇਨੇਕੋਲੋਜਿਸਟ ਤੋਂ ਜਾ ਕੇ, ਇਹ ਨਹੀਂ ਹੈ ਕਿ ਪਹਿਲਾਂ ਮੈਂ ਵੇਟ ਕਰੂੰਗੀ ਕਿ ਮੈਨੂੰ ਸਿੰਪਟਮਸ ਆਉਣਗੇ ਮੈਂ ਫਿਰ, ਜਿਸ ਤਰ੍ਹਾਂ ਆਪਾਂ ਇੱਕ ਰੂਟੀਨ ਆਪਣਾ ਹੈਲਥ ਚੈੱਕਅਪ ਕਰਵਾਉਂਦੇ ਹਾਂ, ਉਸ ਦੇ ਵਿੱਚ ਇਹ ਸਰਵਾਈਕਲ ਐਗਜ਼ਾਮੀਨੇਸ਼ਨ ਬਹੁਤ ਜ਼ਰੂਰੀ ਹੈ। ਤੀਸਰਾ, ਅੱਜ ਕੱਲ੍ਹ ਆਪਣੀਆਂ ਡਾਟਰਸ ਨੂੰ ਇਹ ਗੱਲ ਸਕੂਲ ਲੈਵਲਸ ਤੱਕ, ਮਤਲਬ ਕਾਲਜ ਲੈਵਲ ਤੱਕ ਅਵੇਅਰਨੈਸ ਕੈਂਪਸ ਹੋਣੇ ਚਾਹੀਦੇ, ਜਿਹਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਸਭ ਨੂੰ ਕਿ ਜਿਸ ਤਰ੍ਹਾਂ ਬਾਕੀ ਵੈਕਸੀਨਸ ਅਵੇਲੇਬਲ ਹਨ, ਉਸੇ ਤਰ੍ਹਾਂ ਸਰਵਾਈਕਲ ਕੈਂਸਰ ਲਈ ਸਾਡੇ ਕੋਲ ਵੈਕਸੀਨ ਅਵੇਲੇਬਲ ਹੈ ਜੋ 9 ਈਅਰਸ ਆਫ ਏਜ ਤੋਂ ਫੀਮੇਲਸ ਨੂੰ ਦਿੱਤੀ ਜਾ ਸਕਦੀ ਹੈ। ਇਹ ਸਨ ਸਾਡੇ ਨਾਲ ਡਾਕਟਰ ਸ਼ਿਵਾਨੀ ਗੋਇਲ, ਜੋ ਕਿ ਔਰਤਾਂ ਦੇ ਰੋਗਾਂ ਦੇ ਮਾਹਿਰ ਨੇ। ਇਹਨਾਂ ਨੇ ਸਾਨੂੰ ਔਰਤਾਂ ਦੇ ਜਿਹੜੇ ਰੋਗ ਹੈ, ਸਰਵਾਈਕਲ ਕੈਂਸਰ, ਜੋ ਕਿ ਮੌਜੂਦਾ ਦੌਰ ਦੇ ਵਿੱਚ ਜਿਹੜੀ ਬਹੁਤ ਰਫਤਾਰ ਫੜ ਲਿਆ, ਉਸ ਤੋਂ ਰੋਕਥਾਮ ਅਤੇ ਉਹਦੇ ਲੱਛਣ ਬਾਰੇ ਆਪਾਂ ਨੂੰ ਦੱਸਿਆ। ਸੋ ਅਜੋਕੇ ਸਮੇਂ ਵਿੱਚ ਵੀ ਜਿਹੜਾ ਸਮਾਜਿਕ ਕੁਰੀਤੀਆਂ ਕਰਕੇ ਔਰਤਾਂ ਇਸ ਰੋਗਾਂ ਦੇ ਬਾਰੇ ਜਿਹੜੀਆਂ ਖੁੱਲ੍ਹ ਕੇ ਨਹੀਂ ਦੱਸਦੀਆਂ, ਉਹਨਾਂ ਦਾ ਕਹਿਣਾ ਕਿ ਜੇ ਤੁਹਾਨੂੰ ਵੀ ਇਸ ਤਰ੍ਹਾਂ ਘਰਾਂ ਦੇ ਵਿੱਚ ਲੱਛਣ ਪਾਏ ਜਾਂਦੇ ਆ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਇਹਦਾ ਟੈਸਟ ਅਤੇ ਇਹਦੇ ਜਿਹੜੇ ਤੁਰੰਤ ਬਣਦੀ ਜਿਹੜੀ ਮੈਡੀਸਨ ਹੈ ਜਿਹੜੀ ਉਹ ਤੁਹਾਨੂੰ ਲੈਣੀ ਚਾਹੀਦੀ ਹੈ। ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਸਾਡੇ ਨਾਲ ਵਿਚਾਰ ਜ਼ਰੂਰ ਸਾਂਝੇ ਕਰੋ। ਤੁਸੀਂ ਬਣੇ ਰਹੋ ਕਲਿੱਕ ਇੰਡੀਆ TV 'ਤੇ। ਜਿਵੇਂ ਕਿ ਡਾਕਟਰ ਸ਼ਿਵਾਨੀ ਗੋਇਲ ਨੇ ਦੱਸਿਆ ਕਿ ਅੱਜ ਅਸੀਂ ਸਰਵਾਈਕਲ ਕੈਂਸਰ ਅਵੇਅਰਨੈਸ ਦਾ ਕੈਂਪ ਲਗਾ ਰਹੇ ਹਾਂ। ਮੈਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸਰਵਾਈਕਲ ਕੈਂਸਰ ਦੀ ਵੈਕਸੀਨ ਲਾਂਚ ਕੀਤੀ ਹੈ। ਇੰਡੀਆਜ਼ ਫਸਟ ਕੁਆਡਰਾਵੈਲੈਂਟ HPV ਵੈਕਸੀਨ ਲਾਂਚ ਹੋਈ ਹੈ ਵਿਦ ਦ ਬ੍ਰਾਂਡ ਨੇਮ ਸਰਵਾਵੈਕ, ਐਂਡ ਇਹ ਐਡਿਕੁਏਟਲੀ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਫੀਮੇਲ ਦੇ ਨਾਲ ਨਾਲ ਮੇਲ ਨੂੰ ਵੀ ਦਿੱਤੀ ਜਾ ਸਕਦੀ ਹੈ। ਬਸ ਇੱਕ ਤੁਹਾਡੀ ਸਾਰਿਆਂ ਦੀ ਮਦਦ ਦੀ ਲੋੜ ਹੈ, ਇੱਕ ਅਵੇਅਰਨੈਸ ਦੀ ਲੋੜ ਹੈ। ਜਿਵੇਂ ਕਿ ਡਾਕਟਰ ਸ਼ਿਵਾਨੀ ਗੋਇਲ ਅੱਜ ਕੈਂਪ ਲਗਾ ਕੇ ਸਾਰਿਆਂ ਨੂੰ ਅਵੇਅਰ ਕਰ ਰਹੇ ਨੇ ਕਿ ਇਸ ਇਕਲੌਤਾ ਇੱਕ ਕੈਂਸਰ ਹੈ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਚਾਇਆ ਜਾ ਸਕਦਾ ਹੈ। ਬਾਕੀ ਕੈਂਸਰਾਂ ਦੀ ਤਾਂ ਸਿਰਫ ਟ੍ਰੀਟਮੈਂਟ ਅਵੇਲੇਬਲ ਹੁੰਦੀ ਹੈ, ਇਸ ਕੈਂਸਰ ਦੀ ਪ੍ਰੀਵੈਂਸ਼ਨ ਅਵੇਲੇਬਲ ਹੈ, ਐਂਡ ਦੈਟ ਇਜ਼ ਦਾ ਓਨਲੀ ਵਨ ਵਿਚ ਇਜ਼ ਵਿਦ ਵੈਕਸੀਨੇਸ਼ਨ। ਸੋ ਸਰਵਾਵੈਕ ਇਜ਼ ਅ ਕੁਆਡਰਾਵੈਲੈਂਟ ਵੈਕਸੀਨ ਜਿਹੜੀ ਕਿ 6, 11, 16 ਅਤੇ 18 ਸਟ੍ਰੇਨਸ ਨੂੰ ਕਵਰ ਕਰਦੀ ਹੈ, ਔਰ ਇਹ ਇਕਲੌਤੀ ਵੈਕਸੀਨ ਹੈ ਜਿਹੜੀ ਕਿ ਇੰਡੀਆ ਦੇ ਵਿੱਚ ਮੇਲ ਲਈ ਵੀ ਅਪਰੂਵਡ ਹੈ ਅਲੋਂਗ ਵਿਦ ਦਾ ਫੀਮੇਲ, ਔਰ ਇੱਕ ਸਸਤੀ ਆਪਸ਼ਨ ਅਵੇਲੇਬਲ ਹੋ ਜਾਂਦੀ ਹੈ ਪੇਸ਼ੈਂਟ ਲਈ। ਬਿਕੋਜ਼ ਇੱਕ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਥੋੜ੍ਹਾ ਜਿਹਾ ਸੋਚਦਾ ਹੈ ਕਿ ਪੈਸੇ ਖਰਚ ਕਰਨ ਤੋਂ ਪਹਿਲੇ ਇਹ ਇੱਕ ਹੋ ਜਾਂਦਾ ਕਿ 9 ਤੋਂ 14 ਦੇ ਵਿੱਚ 2 ਡੋਜ਼ਿਸ ਲੱਗਣੀਆਂ 0 ਐਂਡ 6 ਮੰਥ 'ਤੇ, ਔਰ ਉਹ 4000 ਦੇ ਵਿੱਚ MRP ਦੇ ਵਿੱਚ ਉਹ 2 ਡੋਜ਼ਿਸ ਕਵਰ ਹੋ ਜਾਂਦੀਆਂ ਨੇ। ਅਗਰ ਉਸ ਤੋਂ ਉੱਪਰ ਹੈ ਅਤੇ 3 ਡੋਜ਼ਿਸ ਚਾਹੀਦੀਆਂ 0, 2 ਐਂਡ 6 ਮੰਥ 'ਤੇ, ਅਤੇ ਉਹ 6000 ਦੇ ਵਿੱਚ ਕਵਰ ਹੋ ਜਾਂਦੀ ਹੈ ਪੂਰੀ। ਅਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਅਵੇਅਰਨੈਸ ਆਪਣੀ ਫੈਮਲੀਜ਼ ਦੇ ਵਿੱਚ, ਆਪਣੇ ਨੋਨ ਦੇ ਵਿੱਚ, ਆਪਣੇ ਰਿਲੇਟਿਵਸ ਦੇ ਵਿੱਚ ਫੈਲਾਈ ਜਾਏ, ਤਾਂ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਸ ਕੈਂਸਰ ਤੋਂ ਮੁਕਤ ਕਰਾ ਸਕੀਏ। And this is our brand Servavec, India's first quadrivalent HPV vaccine, which is costing just 2000 rupees per dose to patient.